ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਗੁਰਬਾਣੀ ਨੂੰ ਵਿਚਾਰੀਏ। ਵਿਚਾਰ 'ਚੋਂ ਸਾਨੂੰ ਗਿਆਨ ਪੈਦਾ ਹੋਊਗਾ, ਜਿਹਦੇ ਨਾਲ ਸਾਡਾ ਮਨ ਟਿਕੂਗਾ। ਜਦ ਤੱਕ ਮਨ ਨਹੀਂ ਟਿਕਦਾ ਸਾਨੂੰ ਸਮਝ ਨਹੀਂ ਆਉਣੀ ਹੈਗੀ। ਉਹੀ ਸਤਿਗੁਰ ਸਮਝਾ ਰਹੇ ਨੇ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਤਿਗੁਰਾਂ ਦੇ ਵਚਨ ਲਈਏ ਆਪਾਂ। ਹੈ ਜੁਗ ਮੇਂ ਇੱਕ ਏਕੂ ਆਇਆ, ਜਨਮਤ ਮੋਇਆ ਮੋਣੀ ਮਾਇਆ। ਸਤਿਗੁਰਾਂ ਦੇ ਵਚਨ ਨੇ, ਸਤਿਗੁਰ ਸਮਝਾਉਂਦੇ ਨੇ ਯੁੱਗ ਦੇ ਵਿੱਚ ਅਸੀਂ ਜਿਹੜਾ ਜਨਮ ਲਿਆ ਸੀ ਭਵ ਸਾਗਰ ਦੇ ਵਿੱਚ, ਇੱਕ ਹੋਣ ਆਏ ਸੀਗੇ, ਪਰ ਮਾਇਆ ਨੇ ਮੋਹ ਲਿਆ। ਮਾਇਆ ਇੱਕ ਹੋਣ ਨਹੀਂ ਦਿੰਦੀ ਹੈਗੀ। ਕਿਵੇਂ ਇੱਕ ਹੋਈਏ? ਕਿਵੇਂ ਸਾਡੇ 'ਚ ਗੁਣ ਪੈਦਾ ਹੋਣ? ਪਰ ਅਸੀਂ ਤਾਂ ਆਪਦੇ ਹੀ ਗੁਣ ਗਾਉਣ ਲੱਗ ਗਏ। ਸਾਰਾ ਸੰਸਾਰ ਹੀ ਆਪਦੇ ਗੁਣ ਗਾਈ ਜਾਂਦਾ ਹੈ। ਬਾਣੀ ਇਹ ਤੋਂ ਉਲਟ ਸਾਨੂੰ ਸਮਝਾਉਂਦੀ ਹੈ ਵੀ ਗੋਬਿੰਦ ਦੇ ਗੁਣ ਗਾਉਣੇ ਨੇ। ਬਾਣੀ ਦਿਵ ਦ੍ਰਿਸ਼ਟੀ ਸਾਨੂੰ ਦਿੰਦੀ ਹੈ, ਜਿਹਨੂੰ ਗੁਰਬਾਣੀ ਵਿੱਚ ਪਹਿਲਾ ਪਦਾਰਥ ਆਖਿਆ ਗੁਰ ਗਿਆਨ ਪਦਾਰਥ ਨਾਮ ਹੈ। ਸਾਨੂੰ ਸਭ ਤੋਂ ਪਹਿਲਾਂ ਗਿਆਨ ਹੋਣਾ ਹੈ, ਸਮਝ ਆਉਣੀ ਹੈ ਸਿਰਜਣਹਾਰ ਦੀ। ਇਹ ਕਿਵੇਂ ਕਿਵੇਂ ਸ੍ਰਿਸ਼ਟੀ ਸਾਜੀ ਜਾਂਦੀ ਹੈ, ਕਿਵੇਂ ਜੀਵ ਆਉਂਦਾ ਹੈ, ਇਹਦਾ ਕਿਵੇਂ ਛੁਟਕਾਰਾ ਹੋਊਗਾ, ਉਹੀ ਤਾਂ ਸਮਝਣਾ ਸੀ ਅਸੀਂ। ਗੁਰ ਉਪਦੇਸ਼ ਨੂੰ ਸੁਣਨਾ ਸੀਗਾ, ਪਰ ਅਸੀਂ ਤਾਂ ਸਤਿਗੁਰਾਂ ਨੂੰ ਹੀ ਉਪਦੇਸ਼ ਕਰਨ ਲੱਗ ਗਏ। ਇਸ ਕਰਕੇ ਰਹਿ ਗਏ ਆਪਾਂ। ਨਹੀਂ, ਇਹ ਕੰਮ ਨਹੀਂ ਕਰਨਾ। ਅਸੀਂ ਕਿਤੇ ਵੀ ਜਾਈਏ, ਜਿੱਥੇ ਗੁਰੂ ਘਰਾਂ 'ਚ ਜਾਂ ਦੀਵਾਨ ਸਜਾਏ ਜਾਂਦੇ ਨੇ ਜਾਂ ਕੀਰਤਨ ਦਰਬਾਰ, ਕਿਤੇ ਵੀ ਜਿੱਥੇ ਬਾਣੀ ਦੀ ਵਿਚਾਰ ਹੋ ਰਹੀ ਹੈ, ਗੁਰਸਿੱਖ ਤਾਂ ਉਹੀ ਹੈ ਜਿਹੜਾ ਗੁਰ ਸ਼ਬਦ ਕਦੀ ਧਿਆਨ ਰੱਖਦਾ। ਪਰ ਸਾਡਾ ਧਿਆਨ ਕਿਵੇਂ ਲੱਗੇ? ਸਾਨੂੰ ਗਿਆਨ ਹੀ ਨਹੀਂ ਹੈਗਾ। ਸਤਿਗੁਰਾਂ ਦੇ ਜੇ ਬਚਨ ਲਈਏ ਆਪਾਂ, ਗਿਆਨ ਕਾ ਵਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਮਨ ਨੇ ਨਹੀਂ ਟਿਕਣਾ ਹੈਗਾ ਜਦ ਤੱਕ ਇਹਨੂੰ ਗਿਆਨ ਨਹੀਂ ਹੁੰਦਾ। ਤੁਸੀਂ ਜਿੰਨੇ ਮਰਜ਼ੀ ਪਾਠ ਕਰ ਲਓ, ਜਿੰਨੀ ਮਰਜ਼ੀ ਕਾਲ ਕਮਾਈ ਕਰ ਲਓ, ਮਨ ਨਹੀਂ ਟਿਕਦਾ ਹੈਗਾ। ਤੇ ਮਨ ਨਹੀਂ ਟਿਕਦਾ, ਕਾਲ ਨੇ ਛੱਡਣਾ ਨਹੀਂ ਹੈਗਾ। ਗਿਆਨ ਤੋਂ ਬਿਨਾਂ ਮਨ ਨਹੀਂ ਟਿਕਣਾ, ਗੁਰ ਤੋਂ ਬਿਨਾਂ ਗਿਆਨ ਨਹੀਂ ਹੋਣਾ। ਗੁਰ ਭਾਵ ਮਤਲਬ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ। ਪਰ ਜੇ ਸੁਣਾਂਗੇ, ਅਸੀਂ ਵਿਚਾਰਾਂਗੇ, ਫੇਰ ਹੀ ਸਾਨੂੰ ਗਿਆਨ ਪੈਦਾ ਹੋਊਗਾ। ਬਹੁਤ ਲੋਕ ਇਹ ਕਹਿੰਦੇ ਨੇ ਵੀ ਪਰਮੇਸ਼ਰ ਵੀ ਭੁੱਖਾ ਹੈ, ਵੀ ਮੇਰੇ ਗੁਣ ਗਾਓ। ਇਹ ਤਾਂ ਸਤਿਗੁਰੂ ਸਮਝਾ ਰਹੇ ਨੇ ਸਾਨੂੰ, ਪਰਮੇਸ਼ਰ ਨਹੀਂ ਕਹਿ ਰਿਹਾ। ਸਤਿਗੁਰੂ ਸਮਝਾ ਰਹੇ ਨੇ ਵੀ ਜਿਹਨੇ ਸਾਜੀ ਹੈ ਭਾਈ, ਉਹਦੇ ਗੁਣ ਗਾਓ। ਜਿਹਦੇ ਤੁਸੀਂ ਹੈਗੇ ਇੱਕ ਪਿਤਾ ਇੱਕ ਕੇ ਹਮ ਬਾਰਕ, ਜਿਹਦੀ ਔਲਾਦ ਹੈ ਆਪਦੇ ਪਿਓ ਦੇ ਗੁਣ ਗਾਓ। ਪਰ ਨਹੀਂ, ਸਾਨੂੰ ਗਿਆਨ ਹੀ ਨਹੀਂ ਹੈਗਾ। ਇੱਕ ਹੁਣ ਆਇਆ ਜੀਵ, ਗੁਣ ਸਾਡੇ 'ਚ ਕੋਈ ਵੀ ਹੈ ਨਹੀਂ। ਇੱਕ ਹੋਏ ਤੋਂ ਬਿਨਾਂ ਬਾਣੀ ਸਮਝ ਨਹੀਂ ਆਉਣੀ। ਇੱਕ ਹੋਏ ਤੋਂ ਬਾਅਦ ਹੀ ਫਿਰ ਭਗਤੀ ਸ਼ੁਰੂ ਹੋਊ ਨਾ ਨਾਮ ਦੀ। ਨਾਮ ਤਾਂ ਬਹੁਤ ਵੱਡੀ ਇੱਕ ਸ਼ਕਤੀ ਹੈ। ਸਤਿਗੁਰਾਂ ਦੇ ਵਚਨ ਲੈ ਲੈਣੇ ਆਪਾਂ। ਸਾਧ ਸੰਗਤ ਕੈਸੇ ਜਾਣੀਏ, ਜਿੱਥੇ ਇੱਕੋ ਨਾਮ ਬਖਾਣੀਏ। ਇੱਕੋ ਨਾਮ ਹੁਕਮ ਹੈ ਸਤਿਗੁਰ ਦੀਆ ਬੁਝਾਏ ਜੀਓ। ਸਤਿਗੁਰ ਦੇ ਗਿਆਨ ਤੋਂ ਬਾਅਦ, ਸੱਚ ਦੇ ਗਿਆਨ ਤੋਂ ਬਾਅਦ, ਜਦੋਂ ਆਤਮਾ ਪ੍ਰਾਤਮਾ ਇੱਕ ਹੁੰਦੀ ਹੈ, ਫਿਰ ਸਮਝ ਆਉਂਦੀ ਹੈ ਸਾਧ ਸੰਗਤ ਕੀ ਹੈ। ਜਦੋਂ ਮਨ ਚਿੱਤ ਇੱਕ ਹੋ ਜਾਂਦੇ, ਉਹਨੂੰ ਸਾਧ ਸੰਗਤ ਕਹਿੰਦੀ ਹੈ ਬਾਣੀ। ਉਦੋਂ ਬਾਅਦ ਤਾਂ ਫਿਰ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਉਹੀ ਤਾਂ ਦੇਵ ਲੋਕ ਹੈ। ਅੰਤਰ ਦੇਵ ਨਾ ਜਾਣੇ ਅੰਧ, ਉਹ ਤਾਂ ਜਾਣੇ ਨਹੀਂ, ਆਪ ਹੀ ਦੇਵ ਬਣ ਕੇ ਬਹਿ ਗਿਆ। ਇਹ ਸਾਰਾ ਹੀ ਖੇਲ ਸਾਨੂੰ ਤਾਂ ਸਮਝ ਆਉਣਾ ਜੇ ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਇਹ ਗੁਣ ਲੈਣੇ ਨੇ ਆਪਾਂ। ਪਰਮੇਸ਼ਰ ਨੂੰ ਭੁੱਖ ਨਹੀਂ ਗੁਣ ਗਾਉਣ ਦੀ, ਮੇਰੇ ਗੁਣ ਗਾਓ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਉਹ ਕਿਸੇ ਦੇ ਕਹਿਣ 'ਤੇ ਭਾਈ ਵੱਡਾ ਹੋਇਆ, ਉਹ ਤਾਂ ਹੈ ਹੀ ਵੱਡਾ। ਜਿਹਨੇ ਸਾਚੇ 'ਤੇ ਪਵਨਾ ਪਿਆ, ਪਵਨੇ 'ਤੇ ਜਲ ਹੋਏ, ਜਲ 'ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਹਵਾ ਚਲਾ ਕੇ ਪਵਨ ਪਾਣੀ ਪੈਦਾ ਕਰਤਾ, ਸ੍ਰਿਸ਼ਟੀ ਸਾਜਦੀ।
ਅਤੇ ਇਦੋਂ ਪਰੇ ਹੁਣ ਆਪਾਂ ਸਤਿਗੁਰ ਸਾਨੂੰ ਕੀ ਸਮਝਾਉਣ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਉਹਦਾ ਵਿਰੋਧ ਕਰਦੇ ਹਾਂ। ਕਿਉਂ ਵਿਰੋਧ ਕਰਦੇ ਹਾਂ? ਸਾਨੂੰ ਗਿਆਨ ਨਹੀਂ ਉਹਦਾ ਹੈਗਾ। ਆਪਾਂ ਆਸਾ ਦੀ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਵਦੀ ਵਜਗ ਨਾਨਕਾ ਸੱਚਾ ਵੇਖੇ ਸੋਏ, ਸਭ ਨੇ ਸਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਸਾਰੇ ਸਾਲਾਂ ਮਾਰ ਮਾਰ ਚਲੇ ਜਾਂਦੇ ਨੇ, ਕਾਲ ਲੈ ਜਾਂਦਾ ਹੈ। ਕੋਈ ਸਤਿਗੁਰ ਸਮਝਾ ਰਹੇ ਨੇ ਸਾਰੀ ਸ੍ਰਿਸ਼ਟੀ ਜਿਹੜੀ ਬਦੀ ਉਹਦੇ ਅੰਦਰੋਂ ਉੱਠਦੀ ਹੈ, ਹੁਕਮ ਦਾ ਵਿਰੋਧ ਕਰਦੀ ਹੈ। ਜਦੋਂ ਅਸੀਂ ਸੌਣ ਤੋਂ ਬਾਅਦ ਉੱਠਦੇ ਹਾਂ, ਸਾਡੀ ਸੁਰਤ ਸਿੱਧੀ ਬਰੇਨ 'ਚ ਆਉਂਦੀ ਹੈ, ਹੁਕਮ ਦਾ ਵਿਰੋਧ ਸ਼ੁਰੂ ਹੋ ਜਾਂਦਾ। ਉਹੀ ਤਾਂ ਪਾਪ ਹੈ। ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ, ਅਸੀਂ ਦੂਏ ਪਾਸੇ ਲੈ ਜਾਂਦੇ ਹਾਂ, ਆਪਦੀ ਮੱਤ ਨਾਲ ਲੈ ਜਾਂਦੇ ਹਾਂ ਇਹਨੂੰ। ਇਹ ਮਨ ਹੀ ਪਾਪੀ ਹੈ, ਹੁਕਮ ਦਾ ਵਿਰੋਧ ਕਰਦਾ ਹੈ। ਸਾਰਾ ਕੁਛ ਦਿੱਤਾ ਉਹਨੇ, ਜਿੰਤੂ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੇ ਜਿੰਨੇ ਉਵਾਰਿਆ, ਉਹਦੇ ਖਿਲਾਫ ਬੋਲਣ ਲੱਗ ਗਿਆ। ਗੁਣ ਤਾਂ ਗਾਉਣੇ ਨੇ ਸਾਨੂੰ, ਇਹ 'ਚ ਗੁਣਾਂ ਦੀ ਪ੍ਰਾਪਤੀ ਹੋਣੀ ਹੈ। ਪਹਿਲਾ ਗੁਣ ਸਾਡੇ ਅੰਦਰ ਨਿਰਭਉ, ਫਿਰ ਨਿਰਵੈਰ, ਫਿਰ ਕਾਲ ਤੋਂ ਮੁਕਤ, ਫਿਰ ਅਜੂਨੀ ਸਰੀਰ ਦਾ ਪ੍ਰੇਮ ਛੱਡਣਾ ਜਿਉਂਦੇ ਜਿਉਂਦੇ। ਇਹ ਸਰੀਰ ਛੱਡਣ ਤੋਂ ਪਹਿਲਾਂ ਅਸੀਂ ਆਪਦੇ ਘਰ ਪਹੁੰਚਣਾ, ਇਹ ਗੁਣਾਂ ਦੀ ਪ੍ਰਾਪਤੀ ਕਰਨੀ ਹੈ। ਗੁਣ ਵਿਚਾਰੇ ਗਿਆਨੀ ਸੋਏ, ਗੁਣਮੇ ਗਿਆਨ ਪ੍ਰਾਪਤ ਹੋਏ। ਗੁਣ ਕਿਉਂ ਗਾਉਣੇ ਨੇ? ਜਿਹੜਾ ਦਾ ਹੰਕਾਰ ਆ ਉਹ ਘਟ ਜਾਵੇ, ਇਹਨੂੰ ਸਮਝ ਆ ਜਾਵੇ ਮੈਂ ਉਹ ਸ਼ਕਤੀ ਦਾ ਵਿਰੋਧ ਕਰਦਾ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਜਿਹੜੀ ਇਹਦੇ ਹੰਕਾਰ ਦੀ ਹਉਮੈ ਦੀ ਬਿਖ ਫੈਲੀ ਹੈ ਨਾ, ਜਦੋਂ ਇਹਦੇ ਗੁਣਾਂ ਦੀ ਵਿਚਾਰਦਾ ਹੈ, ਕੁਦਰਤ ਨੂੰ ਸਮਝਦਾ ਹੈ, ਅਤੇ ਇਹਦਾ ਹੰਕਾਰ ਲੈ ਜਾਂਦਾ। ਤਾਂ ਗੁਣ ਗਾਉਣੇ ਆ। ਉਹ ਤਾਂ ਹੈ ਹੀ ਵੱਡਾ, ਨਾ ਕਿਸੇ ਦੇ ਕਹਿਣ 'ਤੇ ਵੱਡਾ ਹੁੰਦਾ ਵਾ, ਨਾ ਕਿਸੇ ਦੇ ਕਹਿਣ 'ਤੇ ਘਟਦਾ ਹੈ। ਨਾ ਉਹਦੇ ਘਰੇ ਉੱਥੇ ਕੋਈ ਜੰਮਣ ਮਰਨ ਹੈ। ਨਾਨਕ ਬੱਧਾ ਘਰ ਤਹਾਂ ਜਾਂ ਮਿਰਤ ਨ ਜਨਮ ਜਰਾ, ਉੱਥੇ ਕੋਈ ਜੰਮਣ ਮਰਨ ਨਹੀਂ ਹੈਗਾ। ਜਦੋਂ ਜੰਮਣ ਮਰਨ ਨਹੀਂ ਤਾਂ ਸੋਗ ਕਿਵੇਂ ਹੋਊਗਾ? ਨਾ ਉੱਥੇ ਕੋਈ ਮਰਦਾ ਹੈ। ਪਰ ਉਹਦੀ ਜਿਹੜੀ ਕਿਰਪਾ ਸਦਕਾ ਸ੍ਰਿਸ਼ਟੀ ਚੱਲ ਰਹੀ ਹੈ, ਉਹਦਾ ਸੁਭਾਅ ਆ, ਉਹ ਦੇਈ ਜਾ ਰਿਹਾ। ਦਿੰਦਾ ਦੇ ਲੈਂਦੇ ਤੱਕ ਪਾਏ, ਜੁਗਾਂ ਜੁਗੰਤਰ ਖਾਈ ਖਾਏ। ਸਤਿਗੁਰ ਸਮਝਾ ਰਹੇ ਨੇ ਸਦੀਆਂ ਤੋਂ ਜਦ ਦੀ ਸ੍ਰਿਸ਼ਟੀ ਸਾਜੀ ਹੈ, ਸਾਰਿਆਂ ਨੂੰ ਹੀ ਦੇ ਰਿਹਾ। ਦਿੰਦਾ ਰਹੇ ਨਾ ਚੁੱਕੇ ਭੋਗ, ਸਾਰਿਆਂ ਨੂੰ। ਅਸੀਂ ਭੁੱਲ ਜਾਵਾਂਗੇ ਪਰ ਉਹ ਨਹੀਂ ਭੁੱਲਦਾ, ਸਾਰੇ ਜੀਵਾਂ ਦਾ ਖਿਆਲ ਰੱਖਦਾ। ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਸਮਝਾਇਆ। ਆਓ ਇਹਨੂੰ ਵਿਚਾਰੀਏ ਆਪਾਂ। ਨੌਵੇਂ ਪਾਤਸ਼ਾਹ ਦੇ ਸਲੋਕ ਇਹ ਜੀ ਬਹੁਤ ਭਰਮ ਪਾਇਆ ਜੀ। ਇਹਨੂੰ ਗਮੀ ਦੇ ਟਾਈਮ ਲਾਉਂਦੇ ਨੇ, ਭੋਗ ਦੇ ਟਾਈਮ ਲਾਉਂਦੇ ਨੇ, ਉਦੋਂ ਪੜ੍ਹਨੇ ਚਾਹੀਦੇ ਨੇ। ਨਹੀਂ, ਐਸੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ। ਤੁਹਾਨੂੰ ਆਪੇ ਸਾਰੀ ਖੇਲ ਸਮਝ ਆ ਜਾਣੀ ਜੇ ਸੁਣੋਗੇ, ਵਿਚਾਰੋਗੇ ਇਹਨੂੰ। ਮਨ ਸ਼ੈਤਾਨ ਹੈ ਤਾਂ ਭਰਮ ਪਾ ਕੇ ਰੱਖਦਾ, ਭੈ ਪਾ ਕੇ ਪਿੱਛੇ ਲਾਉਂਦਾ, ਆਪਣੇ ਭੈ ਦਿੰਦਾ ਦੂਜੇ ਨੂੰ। ਅੱਗੇ ਆ ਜਾਣੇ ਨੇ ਸਲੋਕ, ਆਪਾਂ ਸਾਰੇ ਲੜੀਵਾਰ ਕਰਨੇ ਆ। ਔਰ ਸ਼ੁਰੂ ਕਰਦੇ ਹਾਂ ਆਪਾਂ ਸਤਿਗੁਰਾਂ ਦੇ ਵਚਨ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ। ਕਉ ਨਾਨਕ ਹਰਿ ਭਜ ਮਨਾ, ਜੇ ਬਿਦ ਜਲ ਕੋ ਮੀਨ। ਮੀਨ ਪਾਣੀ ਦੇ ਵਿੱਚ ਮੱਛੀ ਰਹਿੰਦੀ ਹੈ, ਮੀਨ, ਪਰ ਉਹ ਪਾਣੀ ਨਹੀਂ ਕਰਦੀ ਹੈਗੀ, ਰਹਿੰਦੀ ਹੈ ਉਹਦੇ ਵਿੱਚ। ਇਵੇਂ ਜਿਹੜੇ ਅਸੀਂ ਬਾਣੀ ਵਿਚਾਰਨ ਤੋਂ ਬਾਅਦ ਜਿਹੜੇ ਸਾਡੇ ਸਾਥ ਸਾਥ ਸਿਮਰੋ ਗੋਬਿੰਦ, ਸਾਨੂੰ ਅਵਸਥਾ ਪ੍ਰਾਪਤ ਹੋਣੀ ਹੈ। ਜਿਵੇਂ ਪਾਣੀ ਦੇ ਨਾਲ ਮੱਛੀ ਜੁੜੀ ਰਹਿੰਦੀ ਹੈ, ਐਂ ਉਹ ਗੁਰਸਿੱਖਾਂ ਦੀ ਆਤਮਾ ਹਰ ਆਪਦੇ ਮੂਲ ਨਾਲ ਜੁੜ ਜਾਂਦੀ ਹੈ। ਉਹਨਾਂ ਦੀ ਜੁੜਦੀ ਹੈ ਜਿਹੜੇ ਗੋਬਿੰਦ ਦੇ ਗੁਣ ਗਾਉਂਦੇ ਨੇ। ਜਿਹੜੇ ਆਪਦੇ ਗੁਣ ਗਾਉਂਦੇ ਨੇ ਉਹਨਾਂ ਦੀ ਨਹੀਂ ਹੈਗੀ। ਉਹ ਸੰਸਾਰ 'ਚ ਵੱਡਾ ਹੋ ਜਾਂਦੇ ਨੇ, ਦਰਗਾਹ 'ਚੋਂ ਛੋਟਾ ਹੋ ਜਾਂਦੇ ਨੇ। ਦਰਗਾਹ 'ਚ ਨਹੀਂ ਉਹਨਾਂ ਨੂੰ ਵੰਡ ਦਿੱਤਾ ਜਾਂਦਾ। ਦਰਗਾਹ 'ਚ ਕਿਹਦੀ ਐਂਟਰੀ ਹੈ? ਨਾਮ ਵਾਲਿਆਂ ਦੀ ਐਂਟਰੀ। ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ। ਜੈ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੈ ਨਾਲ ਪਛਾਨੂ। ਹਰ ਨਾਮ ਨਾਲ ਐਂਟਰੀ ਹੈ ਦਰਗਾਹ 'ਚ ਭਾਈ। ਇਹ ਹਰ ਨਾਮ ਹੈ ਬਾਣੀ ਸਭ ਤੇ ਉੱਤਮ। ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ। ਇਹ ਹਰ ਕਥਾ ਹੈ। ਜਿਹੜੇ ਇਹਦੇ ਗੁਣ ਗਾਉਣਗੇ, ਹਰ ਕਥਾ ਦੇ ਉਹਨੂੰ ਵਿਚਾਰਨਗੇ,
ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ, ਉਹਨਾਂ ਨੂੰ ਪ੍ਰਾਪਤੀ ਹੋਊਗੀ। ਇਹ ਕਦੇ ਵੀ ਨਹੀਂ ਹੋ ਸਕਦਾ ਨਾ ਹੋਵੇ, ਉਹਨਾਂ ਦਾ ਅਕਾਲ ਦਾ ਛੁਟਕਾਰਾ ਹੋਊਗਾ। ਨਾਮ ਤਾਂ ਬਹੁਤ ਦੂਰ ਦੀ ਗੱਲ ਹੈ ਭਾਈ, ਹਾਲੇ ਤਾਂ ਸਾਡਾ ਕਾਲਯੁਗ ਤੋਂ ਛੁਟਕਾਰਾ ਹੀ ਨਹੀਂ ਹੋਇਆ ਹੈਗਾ। ਜਿਹੜੇ ਇਹਨੂੰ ਸੁਣਦੇ ਵਿਚਾਰਦੇ ਨੇ ਨਾ ਨਾਮ ਨੂੰ, ਵੀ ਨਾਮ ਕੀ ਹੈ, ਉਹਨਾਂ ਦਾ ਦੁੱਖ ਲੱਗ ਜਾਂਦਾ ਹੈ, ਉਹਨਾਂ ਦਾ ਜਮਾਂ ਤੋਂ ਖਹਿੜਾ ਛੁੱਟ ਜਾਂਦਾ ਹੈ। ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਹਰ ਹਰ ਨਾਮ ਜਪੰਤਿਆਂ ਕਿਸ ਨ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਸਤਿਗੁਰ ਤਾਂ ਸਮਝਾਉਂਦੇ ਨੇ, ਜਮ ਛੱਡ ਜਾਂਦੇ ਨੇ, ਪਰ ਜਮਾਂ ਤੋਂ ਸਾਡਾ ਛੁਟਕਾਰਾ ਨਹੀਂ ਹੋਇਆ, ਭਗਤ ਅਸੀਂ ਫਿਰ ਵੀ ਬਣ ਗਏ। ਉਹ ਸਾਰੇ ਜਿੰਨੇ ਧਰਮ ਕਰਮ ਅਸੀਂ ਕੀਤੇ ਨੇ ਉਹ ਸਰੀਰ ਕਰਕੇ ਨੇ ਭਾਈ। ਬਾਣੀ ਆਤਮਾ ਕਰਕੇ ਮੰਨਦੀ, ਇਹ ਆਤਮ ਗਿਆਨ ਹੈ, ਬ੍ਰਹਮ 'ਚ ਲੀਨ ਹੋਣਾ ਹੈ ਆਤਮਾ ਨੇ। ਬਾਹਰ ਲੱਭਦੇ ਫਿਰਦੇ ਹਾਂ ਅਸੀਂ, ਅੰਤਰ ਦੇਵ ਨਾ ਜਾਣੇ ਅੰਧ, ਉਹੀ ਤਾਂ ਦੇਵ ਲੋਕ ਹੈ। ਉੱਥੇ ਤਾਂ ਨਾਮ ਦੀ ਭਗਤੀ ਸ਼ੁਰੂ ਹੋਣੀ ਹੈ। ਭਗਤੀ ਤਾਂ ਹੀ ਸ਼ੁਰੂ ਹੋਊਗੀ ਨਾ ਜੇ ਤੂੰ ਖਹਿੜਾ ਛੁੱਟੂ ਸਾਡਾ। ਆਪਾਂ ਜੇ ਪਵਨ ਗੁਰੂ ਪਾਣੀ ਪਿਤਾ ਦੇ ਸਲੋਕ ਦੇ ਬਚਨ ਲਈਏ, ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਦਾ ਗਿਆਨ ਨਾਲ ਧਿਆਨ ਲੱਗ ਜਾਂਦਾ ਹੈ, ਉਹ ਇਹ ਕਲਯੁਗ 'ਚੋਂ ਛੁਟਕਾਰਾ ਪਾ ਕੇ ਦੇਵਲੋਕ ਪਹੁੰਚ ਜਾਂਦੇ ਨੇ। ਉਹ ਨਾਮ ਦੀ ਭਗਤੀ ਕਰਦੇ ਨੇ। ਐਸੇ ਗੁਰਸਿੱਖਾਂ ਨਾਲ ਕਿੰਨੇ ਹੋਰ ਨਿਕਲ ਜਾਂਦੇ ਨੇ। ਇਹ ਸਦੀਆਂ ਤੋਂ ਚੱਲਦਾ ਆਇਆ ਵਾ, ਚੱਲਦਾ ਹੀ ਰਹੂਗਾ। ਇਹ ਕੁਦਰਤ ਦਾ ਖੇਲ ਹੈ। ਆਵਣ ਜਾਵਣ ਇੱਕ ਖੇਲ ਬਣਾਇਆ, ਇਹ ਖੇਲ ਹੈ ਕੁਦਰਤ ਦਾ, ਪਰ ਅਸੀਂ ਇਹਨੂੰ ਆਪਦਾ ਸਮਝ ਲਿਆ। ਅਸੀਂ ਕਿਵੇਂ ਕਮਾਈ ਕਰਨੀ ਆ? ਆਪਾਂ ਦਸਮ ਪਾਤਸ਼ਾਹ ਜਾਪ ਸਾਹਿਬ ਦੇ ਸ਼ਬਦ ਹਜ਼ਾਰੇ 'ਚ ਆਪਾਂ ਲੈਂਦੇ ਹਾਂ, ਰਾਮਕਲੀ ਪਾਤਸ਼ਾਹੀ ਦਸਵੇਂ ਦੇ ਵਚਨ ਲੈਂਦੇ ਹਾਂ। ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਬਤ ਕਹਾਂ ਮੋਹ ਨਿੰਦਰਾ में, ਕਹਬੂ ਸੁਚਿਤ ਹੈ ਉਜਾਗੋ। ਦਸਮ ਪਾਤਸ਼ਾਹ ਤੈਂ ਸਮਝਾਉਂਦੇ ਨੇ ਭਾਈ, ਪਰਮ ਪੁਰਖ ਦੇ ਚਰਨਾਂ ਨਾਲ ਅਸੀਂ ਲੱਗਣਾ। ਉਹਦੇ ਚਰਨ ਕੀ ਨੇ? ਗੁਣ। ਚਰਨ ਕਮਲ ਪ੍ਰਭ ਕੀ ਨਿਤ ਧਿਆਓ। ਬਾਣੀ ਕੀ ਹੈ? ਚਰਨ ਕਮਲ। ਇਹ 'ਚੋਂ ਗਿਆਨ ਪੈਦਾ ਹੋਣਾ ਸਾਨੂੰ, ਸਾਡਾ ਸੰਸਾਰ 'ਚੋਂ ਛੁਟਕਾਰਾ ਹੋ ਜਾਣਾ ਮੈਂ ਗਿਆਨ ਨਾਲ। ਸਤਿਗੁਰਾਂ ਦੀ ਵਚਨ ਲੈ ਲੈਣੇ ਆਪਾਂ ਸੁਖਮਨੀ ਸਾਹਿਬ ਦੇ। ਅੰਤਰ ਹੋਈ ਗਿਆਨ ਪ੍ਰਗਾਸ, ਸਥਾਨ ਕਾ ਨਹੀਂ ਵਿਨਾਸ਼। ਸਤਿਗੁਰ ਤਾਂ ਇਹ ਸਮਝਾਉਂਦੇ ਨੇ ਪੰਚਮ ਪਾਤਸ਼ਾਹ, ਕਹਿੰਦੇ ਜਿਹਦੇ ਅੰਦਰ ਹੀ ਕਿਣਕਾ ਮਾਤਰ ਗਿਆਨ ਗੁਰ ਸ਼ਬਦ ਦਾ ਪ੍ਰਗਟ ਹੋ ਜਾਂਦਾ ਹੈ, ਉਹ ਤਾਂ ਜੀਵ ਜੰਮਣ ਮਰਨ ਤੋਂ ਪਰੇ ਚਲਿਆ ਜਾਂਦਾ, ਉਹਦਾ ਛੁਟਕਾਰਾ ਹੋ ਜਾਂਦਾ ਸੰਸਾਰ 'ਚ ਜਿਉਂਦਿਆਂ ਹੀ। ਪਰ ਅਸੀਂ ਫਿਰ ਵੀ ਜੇ ਨਾ ਸੁਣੀਏ, ਗੁਣ ਤਾਂ ਹਲੇ ਬਹੁਤ ਦੂਰ ਦੀ ਗੱਲ ਹੈ, ਪਰ ਇੱਥੇ ਸੁਣ ਕੇ ਹੀ ਨਹੀਂ ਰਾਜੀ ਹੈਗੇ, ਫਿਰ ਸਾਨੂੰ ਕਾਲ ਕਿਵੇਂ ਛੱਡੂਗਾ? ਸਤਿਗੁਰ ਸਮਝਾਉਂਦੇ ਨੇ, ਪ੍ਰਾਣੀ ਪਰਮ ਪੁਰਖ ਪਗ ਲਾਗੋ। ਇਹ ਗੁਣਾਂ ਨਾਲ ਲੱਗਣਾ ਭਾਈ, ਇਹਨੂੰ ਵਿਚਾਰਨਾ ਵਾ। ਸਾਨੂੰ ਉਪਦੇਸ਼ ਹੈ ਦਸਮ ਪਾਤਸ਼ਾਹ ਦਾ। ਸੋਬਤ ਕਹਾਂ ਮੋਹ ਨਿੰਦਰਾ ਮੈਂ, ਕਬੂ ਹੋਏ ਸੁਚਿਤ ਹੋਏ ਜਾਗੋ। ਸੁਚਿਤ ਹੋਏ ਜਾਗੋ, ਇਹ ਮੋਹ ਦਾ ਜਾਲ ਹੈ। ਮੋਹ ਦੀ ਨੀਂਦ 'ਚ ਮਨ ਸੁੱਤਾ ਪਿਆ ਵਾ, ਜਦੋਂ ਕਾਲ ਆ ਜਾਂਦਾ ਹੈ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ। ਜਦੋਂ ਸਮਾਂ ਆ ਜਾਂਦਾ ਹੈ, ਭਗਤ ਕਬੀਰ ਜੀ ਵੀ ਸਮਝਾਉਂਦੇ ਨੇ, ਜਾਗਦਾ ਹੈ ਜੀਵ ਕਹੋ ਕਬੀਰ ਤਬ ਹੀ ਨਰ ਜਾਗੇ, ਜਬ ਜਮ ਕਾ ਡੰਡ ਮੂਡ ਮੇ ਲਾਗੇ। ਫਿਰ ਜਾਗਦਾ ਵਾ ਜਦੋਂ ਸਮਾਂ ਨਿਕਲ ਜਾਂਦਾ ਵਾ। ਉਹੀ ਸਤਿਗੁਰ ਸਮਝਾ ਰਹੇ ਨੇ, ਭਾਈ ਜਾਗ ਜੋ। ਬਾਣੀ ਜਗਾਉਂਦੀ ਹੁਣ ਸੁੱਤਾ ਪਿਆ ਵਾ, ਸੁੱਤੇ ਪਏ ਪੜ੍ਹਦੇ ਹਾਂ ਬਾਣੀ, ਤੀਓਂ ਸਾਨੂੰ ਰਸ ਨਹੀਂ ਆਉਂਦਾ। ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ 12 ਮਾਹ ਦੇ, ਪੰਚਮ ਪਾਤਸ਼ਾਹ ਦੇ। ਚੇਤੀ ਗੋਬਿੰਦ ਰਾਧੀਏ, ਹੋਵੇ ਨੰਦ ਕਣਾ। ਸਤਿਗੁਰ ਐ ਸਮਝਾਉਂਦੇ ਨੇ। ਕਿਵੇਂ ਨਹੀਂ ਆਨੰਦ ਆਉਂਦਾ ਤੁਹਾਨੂੰ? ਸਾਨੂੰ ਤਾਂ ਬਾਣੀ ਸਮਝ ਹੀ ਨਹੀਂ ਆਉਂਦੀ। ਆਨੰਦ ਤਾਂ ਬਹੁਤ ਦੂਰ ਦੀ ਗੱਲ। ਅਸੀਂ ਉਹੀ ਉੱਪਰੋਂ ਕਹੀ ਜਾਂਦੇ ਹਾਂ, ਆਨੰਦ ਆ ਗਿਆ ਜੀ, ਆਨੰਦ ਆ ਗਿਆ। ਫਿਰ ਆਨੰਦ ਆ ਗਿਆ, ਗਿਆ ਕਿੱਥੇ? ਫਿਰ ਇਹ ਤਾਂ ਕਿਹੜਾ ਆ ਗਿਆ, ਮੁੜ ਕੇ ਜਾਂਦਾ ਨਹੀਂ ਹੈਗਾ। ਇਹ ਸਰੀਰਕ ਰਸ ਥੋੜ੍ਹੀ ਹੈ ਜਿਹੜਾ ਅਸੀਂ ਹੁਣ ਖਾ ਲਿਆ, ਥੋੜ੍ਹਾ ਬੱਚਾ ਰਸ ਆਇਆ, ਉਦੋਂ ਬਾਅਦ ਫਿਰ ਸਾਨੂੰ ਉਹਦੀ ਲੋੜ ਹੈ। ਇਹ ਤਾਂ ਆਤਮਿਕ ਰਸ ਹੈ, ਕਿਹੜਾ ਆਤਮਾ ਪ੍ਰਾਤਮਾ ਦੇ ਵਿੱਚ ਮਿਲ ਗਈ।
ਇੱਕ ਵਾਰੀ ਦਰਸ਼ਨ ਹੋ ਗਿਆ ਛੁਟਕਾਰਾ ਹੋ ਜਾਂਦਾ ਇਹਦਾ। ਇਹੀ ਤਾਂ ਹਰ ਕਥਾ ਹੈ, ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਇਹ ਹਰ ਕਥਾ ਹੈ, ਜਿਹੜੇ ਇਹਨੂੰ ਸੁਣਨਗੇ ਅਮਰ ਹੋ ਜਾਣਗੇ। ਇਹਦੇ ਨੇ ਤਾਂ ਜਾਗਣਾ ਮਨ ਨੇ, ਜਾਗਰੇ ਮਨਾ ਜਾਗਣ ਹਾਰੇ। ਸੁੱਤਾ ਪਿਆ ਉੱਠ ਫਰੀਦਾ, ਸੁੱਤਿਆ ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ, ਤੇਰੀ ਢਾਡੇ ਨਾਲ ਪ੍ਰੀਤ। ਬਾਬਾ ਜੀ ਤਾਂ ਇਹ ਸਮਝਾਉਂਦੇ ਨੇ ਫਰੀਦ ਜੀ, ਮਨ ਸੁੱਤਾ ਪਿਆ ਵਾ, ਉੱਠਣਾ ਮਾਸੀ ਹੁਣ। ਕੌਣ ਜਾਗਦੇ ਨੇ, ਕੌਣ ਗੁਣ ਗਾਉਂਦੇ ਨੇ? ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ ਆਨੰਦ ਸਾਹਿਬ ਦੇ। ਗੁਰ ਕਿਰਪਾ ਤੇ ਸੇ ਜਨ ਜਾਗੀ, ਬੋਲੇ ਅੰਮ੍ਰਿਤ ਬਾਣੀ। ਗੁਰ ਕਿਰਪਾ, ਇਹ ਜਦੋਂ ਭਾਈ ਤੁਹਾਡੇ 'ਤੇ ਗੁਰ ਕਿਰਪਾ ਹੋਣੀ ਹੈ, ਗਿਆਨ ਦੀ ਕਿਰਪਾ ਹੋਣੀ ਹੈ, ਕੁਦਰਤ ਦੀ ਰਹਿਮਤ ਹੋਣੀ ਹੈ, ਤੁਹਾਡੀ ਆਤਮਾ ਨੇ ਜਾਗ ਜਾਣਾ। ਉਹੀ ਤਾਂ ਅੰਮ੍ਰਿਤ ਵੇਲਾ ਹੈ। ਆਹ ਅੰਮ੍ਰਿਤ ਵੇਲਾ ਤਾਂ ਸਾਰਿਆਂ ਦਾ ਹੀ ਹੁੰਦਾ ਹੈ, ਸਾਧ ਦਾ ਵੀ ਹੁੰਦਾ, ਚੋਰ ਦਾ ਵੀ ਹੁੰਦਾ, ਸਾਰਿਆਂ ਦਾ ਹੀ ਹੁੰਦਾ ਹੈ। ਤਾਂ ਜਾਨਵਰ ਵੀ ਤਾਂ ਜਾਂਦੇ ਨੇ, ਉਹ ਆਪਦੀ ਰੋਜੀ ਰੋਟੀ ਨੂੰ ਚਲੇ ਜਾਂਦੇ, ਇਹ ਵੀ ਅਸੀਂ ਚਲੇ ਜਾਂਦੇ ਹਾਂ। ਰੋਜ਼ ਦਾ ਇਹ ਕੰਮ ਸਿਲਸਿਲਾ ਚੱਲਿਆ ਆਉਂਦਾ ਵਾ। ਪਰ ਇੰਨਾ ਪਤਾ ਕਿਸੇ ਨੂੰ ਨਹੀਂ ਸ਼ਾਮ ਨੂੰ ਕਿਹਨੇ ਘਰ ਆਉਣਾ ਵਾ, ਨਾ ਜਾਨਵਰਾਂ ਨੂੰ ਪਤਾ, ਨਾ ਸਾਨੂੰ ਪਤਾ ਵਾ। ਪਰ ਅਸੀਂ ਵੱਡੇ ਬਹੁਤ ਬਣੇ ਬੈਠੇ ਹਾਂ। ਜਿਹੜੇ ਜਾਗ ਜਾਂਦੇ ਉਹ ਤਾਂ ਅੰਮ੍ਰਿਤ ਬਾਣੀ ਬੋਲਦੇ ਨੇ, ਉਹੀ ਤਾਂ ਅੰਮ੍ਰਿਤ ਬਾਣੀ ਹੈ। ਫਿਰ ਇਹਦੇ ਨੇ ਤਾਂ ਮੁਕਤੀ ਮਿਲਣੀ ਹੈ। ਉਹੀ ਸਤਿਗੁਰ ਸਮਝਾ ਰਹੇ ਨੇ, ਪ੍ਰਾਣੀ ਪਰਮ ਪੁਰਖ ਪਗ ਲਾਗੋ, ਸੋ ਬੁੱਤ ਕਹਾਂ ਮੋਹ ਨਿੰਦਰਾ ਮੈਂ ਕਬਹੂ, ਸੁਚਿਤ ਹੈ ਵੇ ਜਾਗੋ। ਜਾਗ ਲੈ ਮਨਾ, ਨਹੀਂ ਤਾਂ ਕਾਲ ਨੇ ਲੈ ਜਾਣਾ। ਜਿਹੜੇ ਨਹੀਂ ਜਾਗਦੇ ਫਿਰ ਕਿਵੇਂ ਲੈ ਜਾਂਦਾ ਕਾਲ ਉਹਨਾਂ ਨੂੰ? ਪਰ ਭਗਤ ਕਬੀਰ ਜੀ ਦਾ ਸ਼ਲੋਕ ਲੈ ਲੈਣੇ। ਕਬੀਰ ਉੱਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਏ, ਇੱਕ ਹਰ ਕੇ ਨਾਮ ਬਿਨ ਵੱਧੇ ਜੰਪੁਰ ਜਾਏ। ਜਿੰਨੇ ਵੀ ਅਸੀਂ ਦੇਖਦੇ ਹਾਂ, ਇੰਨਾ ਕੁ ਤਾਂ ਗਿਆਨ ਹੁੰਦਾ ਹੀ ਆਪਾਂ ਨੂੰ, ਪਰ ਸੁੱਟ ਨਹੀਂ ਸਕਦੇ ਕੁਦਰਤ ਦੀ ਰਹਿਮਤ ਤੋਂ ਬਿਨਾਂ, ਸਤਿਗੁਰੂ ਭਗਤਾਂ ਦੇ ਦਰਸਾਏ ਰਾਹ ਤੋਂ ਬਿਨਾਂ ਅਸੀਂ ਇੱਥੋਂ ਨਿਕਲ ਨਹੀਂ ਸਕਦੇ ਹੈਗੇ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲਗਾਵੇ। ਜਿਹੜਾ ਆਤਮਾ ਦਾ ਪ੍ਰੀਤਮ ਹੈ, ਪਾਰ ਮਾਇਆ ਤੋਂ ਪਰੇ ਹੈ, ਉਹਦਾ ਤਾਂ ਗਿਆਨ ਕਰਾਉਂਦੀ ਹੈ ਬਾਣੀ। ਰਹਿ ਰਾਸ ਵੀ ਪੜ੍ਹਦੇ ਹਾਂ ਅਸੀਂ ਰੋਜ਼। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ। ਉਹੀ ਤਾਂ ਸੱਜਣ ਹੈ ਸਤਿਗੁਰ। ਉੱਪਰ ਦੇਵਲੋਕ ਜਾਣਾ ਪਊ ਨਾ ਸਾਨੂੰ, ਮਾਇਆ ਦਾ ਤਿਆਗ ਕਰਨਾ ਪਊਗਾ ਨਾ, ਫੇਰ ਹੀ ਜਾਵਾਂਗੇ। ਉਹੀ ਭਗਤ ਜੀ ਸਮਝਾ ਰਹੇ ਨੇ। ਪਰ ਮਾਇਆ ਦਾ ਤਿਆਗ ਨਹੀਂ ਕਰਦਾ, ਇਹ ਤਾਂ ਵਡਿਆਈ ਦਾ ਭੁੱਖਾ ਆਪਦੇ ਗੁਣ ਗਵਾਉਂਦਾ, ਉੱਜਲ ਪਹਿਰੇ ਬੜੇ ਬੜੇ ਮਹਿੰਗੇ ਵਸਤਰ ਪਾਉਂਦਾ ਹੈ। ਫਿਰ ਕੀ ਹੁੰਦਾ ਹੈ? ਜਿੱਡਾ ਵੱਡਾ ਬਣਦਾ ਹੈ। ਇੱਕ ਹਰ ਕੇ ਨਾਮ ਹੈ, ਜਿਹੜੇ ਹਰ ਕੇ ਨਾਮ ਦੀ ਪ੍ਰਾਪਤੀ ਨਹੀਂ ਕਰਦੇ, ਉਹਨਾਂ ਨੂੰ ਸਾਰਿਆਂ ਨੂੰ ਜੰਮ ਬੰਨ੍ਹ ਕੇ ਲੈ ਜਾਂਦਾ ਹੈ। ਉਹੀ ਸਤਿਗੁਰ ਸਮਝਾ ਰਹੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਰਹਾਓ ਔਰ ਇਨ ਕਹਾਂ ਉਪਦੇਸਿਤ ਹੈ, ਪਸ ਤੁਹੇ ਪ੍ਰਬੋਧ ਨਾ ਲਾਗੂ, ਸਿੰਚਿਤ ਕਹਾਂ ਪਰੇ ਵਿਖੀਨ ਕੈ, ਕਬੂ ਵਿਖੇ ਰਸ ਤਿਆਗੋ। ਉਹੀ ਸਤਿਗੁਰ ਸਮਝਾਉਂਦੇ ਨੇ। ਇਹਦਾ ਤਿਆਗ ਕਰਨਾ ਸੀਗਾ। ਸਾਡੇ ਕਹਿਣ ਨਾਲ ਥੋੜ੍ਹੀ ਮਾਇਆ ਆਉਂਦੀ ਹੈ। ਜੇ ਸਾਡੇ ਹੁਕਮ ਨਾਲ ਮਾਇਆ ਆਉਂਦੀ ਹੈ, ਫਿਰ ਤਾਂ ਕੰਮ ਕਰਨ ਦੀ ਲੋੜ ਹੀ ਨਹੀਂ ਹੈਗੀ। ਇਹ ਤਾਂ ਉਹਦੀ ਗੋਡ ਗਿਫਟ ਹੈ। ਕਿਸੇ ਕੋਲ ਘੱਟ ਹੈ, ਕਿਸੇ ਕੋਲ ਵੱਧ ਹੈ। ਕਦੇ ਜੀਵ ਰਾਜਾ ਹੈ, ਕਦੇ ਭੁਖਾਰੀ ਹੈ। ਜੇ ਆਪਾਂ ਇਹਦੀ ਵਿਚਾਰ ਕਰਨ ਲੱਗਾਂਗੇ ਫਿਰ ਬਹੁਤ ਵੱਡਾ ਇਹ ਹੋ ਜੂ ਸ਼ਲੋਕ। ਫਿਰ ਪਜਲ ਹੋ ਜਾਂਗੇ ਅਸੀਂ। ਇਹਦੀ ਵਿਚਾਰ ਨਹੀਂ ਕਰਨੀ, ਅਸੀਂ ਤਾਂ ਆਪਦੀ ਵਿਚਾਰ ਕਰਨੀ ਹੈ, ਸਾਡਾ ਕਿਵੇਂ ਛੁਟਕਾਰਾ ਹੋਵੇ। ਸਤਿਗੁਰ ਸਮਝਾਉਂਦੇ ਨੇ, ਇਹ ਪਸ਼ੂ ਮਨਾ ਹੋਰਾਂ ਨੂੰ ਉਪਦੇਸ਼ ਕਰਦਾ ਹੈ ਅਤੇ ਆਪਦੇ ਮਨ ਨੂੰ ਤਾਂ ਪ੍ਰਬੋਧਿਆ ਨਹੀਂ ਹੈਗਾ, ਆਪਦੇ ਮਨ ਨੂੰ ਤਾਂ ਸੋਧਿਆ ਨਹੀਂ। ਮਨ ਤਾਂ ਸੋਧਣਾ ਸੀਗਾ, ਪਰ ਮਨ ਤਾਂ ਆਪ ਹੀ ਸਾਰੀਆਂ ਡਿਗਰੀਆਂ ਪ੍ਰਾਪਤ ਕਰੀ ਬੈਠਾ। ਸੰਤ ਵੀ ਆਪ ਹੀ ਬਣ ਗਿਆ, ਸਤਿਗੁਰ ਵੀ ਆਪ ਹੀ ਬਣਿਆ ਬੈਠਾ, ਵਿਦਵਾਨ ਵੀ, ਸਾਰਾ ਕੁਛ ਆਪ ਹੀ। ਇਹਨੂੰ ਇੰਨਾ ਗਿਆਨ ਨਹੀਂ ਹੈਗਾ ਇਹ ਜਿਹੜੀਆਂ ਮੈਨੂੰ ਪਦਵੀਆਂ ਜਾਂ ਸੰਸਾਰ ਮੇਰੀ ਇੱਜ਼ਤ ਕਰ ਰਿਹਾ, ਗੁਰਬਾਣੀ ਕਰਕੇ ਤਾਂ ਕਰ ਰਿਹਾ ਵਾ। ਗੁਰਬਾਣੀ ਦੇ ਗਿਆਨ ਤੋਂ ਬਾਅਦ ਹੀ ਮਨ 'ਚ ਹੰਕਾਰ ਪੈਦਾ ਹੁੰਦਾ ਹੈ, ਫੇਰ ਹੀ ਵੱਡਾ ਬਣਦਾ ਹੈ। ਪਿੱਛੇ ਵੀ ਆਪਾਂ ਭਗਤ ਕਬੀਰ ਜੀ ਦੇ ਸ਼ਲੋਕ ਕੀਤੇ ਸੀ। ਬਾਂਸ ਵਡਾਈ ਬੂਡਿਆ, ਚੰਦਨ ਦੇ ਕੋਲ ਦੀ ਬਾਂਸ ਐਂ ਨਿਕਲ ਜਾਂਦਾ ਹੈ। ਸਤਿਗੁਰਾਂ ਦੇ ਉਪਦੇਸ਼ ਨੂੰ ਨਹੀਂ ਧਾਰਨ ਦਾ, ਸਮਝਦਾ, ਕਮਾਈ ਕਰਦਾ,
ਦੂਏ ਨੂੰ ਉਪਦੇਸ਼ ਕਰਤਾ। ਉਹੀ ਦਸਮ ਪਾਤਸ਼ਾਹ ਸਮਝਾ ਰਹੇ ਨੇ। ਔਰ ਕਹਾਂ ਉਪਦੇਸ਼ਤ ਹੈ। ਆਪਾਂ ਸੁਖਮਨੀ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਕੀ ਸਜ਼ਾ ਲੱਗਦੀ ਇਹਨੂੰ? ਫਿਰ ਜੰਮਣ ਵਾਰ ਨੂੰ 84 ਲੱਖ ਜੂਨੀ ਨੂੰ ਫਿਰ ਚਲੇ ਜਾਂਦਾ। ਅਰਬਾਂ ਖਰਬਾਂ ਸਾਲ ਬਾਅਦ ਕਿਤੇ ਆਤਮਾ ਘੁੰਮ ਕੇ ਆਈ ਆ, ਹੁਣ ਇਹਦਾ ਛੁਟਕਾਰਾ ਹੋਣਾ। ਪਰ ਗੁਰੂ ਦੀ ਸ਼ਰਨ ਜਾਏ ਤੋਂ ਬਿਨਾਂ ਕਿਵੇਂ ਛੁਟਕਾਰਾ ਹੋਊ ਸਾਡਾ? ਅਸੀਂ ਤਾਂ ਆਪੇ ਗੁਰੂ ਬਣੇ ਬੈਠੇ ਹਾਂ। ਸੰਸਾਰ ਕੀ ਕਰਦਾ ਸਾਡਾ ਵਿਸ਼ਾ ਨਹੀਂ ਹੈਗਾ। ਅਸੀਂ ਇਹ ਨਹੀਂ ਕਰਨਾ, ਗੁਰਸਿੱਖਾਂ ਨੇ ਇਹ ਨਹੀਂ ਕਰਨਾ ਹੈਗਾ। ਅੱਜ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਮੌਜੂਦ ਹੈ। ਅਸੀਂ ਗੁਰਸ਼ਬਦ ਦੀ ਕਮਾਈ ਕਰਨੀ ਹੈ, ਪਹਿਲਾਂ ਆਪ ਸਮਝਣਾ, ਫਿਰ ਦੂਏ ਨੂੰ ਸਮਝਾਉਣਾ। ਕੇਵਲ ਕਰਮ ਭਰਮ ਸੇ ਚੀਨੋ, ਧਰਮ ਕਰਮ ਅਨਰਾਗੋ। ਸਗਰੇ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ। ਸਤਿਗੁਰ ਸਮਝਾਉਂਦੇ ਨੇ ਜਿਹੜੇ ਸਰੀਰ ਕਰਕੇ ਜਿੰਨੇ ਵੀ ਧਰਮ ਕਰਮ ਕਰਦੇ ਆ ਭਰਮ ਹੀ ਹੈ। ਇਹ ਤਾਂ ਜਿੰਨੇ ਮਾਇਆ ਦੇ ਪ੍ਰਮਾਣ ਨੇ, ਜਿੰਨੇ ਮਾਇਆ ਦੇ ਧਰਮ ਕਰਮ ਨੇ, ਇਹ ਤਾਂ ਸਾਨੂੰ ਨਿਰਾਕਾਰ ਦੁਨੀਆ ਨੂੰ ਸਮਝਣ ਖਾਤਰ ਨੇ। ਕਿਉਂਕਿ ਉਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ, ਉਹਦਾ ਦਰਸ਼ਨ ਬੁੱਧੀ ਨਾ ਹੋਣਾ। ਇਹ ਭਰਮ ਹੀ ਹੈ। ਧਰਮ ਕਰਮ ਅਨੁਰਾਗੋ, ਧਰਮ ਗਿਆਨ। ਕਬੀਰ ਜਹਾਂ ਗਿਆਨ ਤਹਿ ਧਰਮ ਹੈ। ਇਹੀ ਤਾਂ ਪ੍ਰਾਪਤੀ ਕਰਨੀ ਹੈ। ਇਹਦੇ ਨਾਲ ਤਾਂ ਸਾਨੂੰ ਮਾਰਗ ਦਰਸ਼ਨ ਹੋਣਾ, ਸਾਨੂੰ ਸਮਝ ਆਉਣੀ ਹੈ ਸੰਸਾਰ ਸਾਡੇ ਆਉਣ ਦਾ ਕੀ ਕਾਰਨ ਹੈ, ਕਿਸ ਕਾਰਨ ਤੁਮ ਜਗ ਆਏ ਭਾਈ। ਪਾਪ ਜਿਹੜਾ ਹੁਕਮ ਦਾ ਵਿਰੋਧ ਕਰਦਾ ਹੈ ਫੇਰ ਹੀ ਜਾਊਗਾ ਇਹ। ਅੱਗੇ ਸਤਿਗੁਰ ਸਮਝਾਉਂਦੇ ਨੇ, ਜਾਤੇ ਦੁਖ ਪਾਪ ਨਹੀਂ ਪੇਟੇ, ਕਾਲ ਜਾਲ ਤੇ ਤਾਗੋ। ਜੋ ਸੁਖ ਚਾਹੋ ਸਦਾ ਸਭਨ ਕੋ, ਤੋ ਹਰ ਕੇ ਰਸ ਪਾਗੋ। ਸਤਿਗੁਰ ਤਾਂ ਇਹ ਸਮਝਾਉਂਦੇ ਨੇ। ਕਾਲ ਵੀ ਛੱਡ ਜੂ, ਤੁਹਾਨੂੰ ਮੁਕਤੀ ਮਿਲ ਜੂ, ਸੰਸਾਰ 'ਚੋਂ ਥੋੜ੍ਹਾ ਛੁਟਕਾਰਾ ਹੋ ਜਾਊਗਾ। ਜੇ ਸਾਰਿਆਂ ਨੂੰ ਸੁੱਖਾਂ ਦੀ ਪ੍ਰਾਪਤੀ ਕਰਨੀ ਹੈ, ਅਸੀਂ ਇਹ ਦੁੱਖ ਸਾਗਰ 'ਚੋਂ ਸੁੱਖ ਸਾਗਰ ਜਾਣਾ ਹੈ, ਤਾਂ ਹਰ ਕੇ ਰਸ ਭਾਗੋ, ਹਰ ਦਾ ਰਸ ਲੈਣਾ ਹੈ, ਹਰ ਦਾ ਦਰਸ਼ਨ ਕਰਨਾ ਹੈ। ਬਾਣੀ ਹਰ ਦਰਸ਼ਨ ਕਰਾਉਂਦੀ ਹੈ। ਤੈਨੂੰ ਦਰਸ਼ਨ ਹੋਊ ਜੇ ਅਸੀਂ ਗੁਣ ਗੋਬਿੰਦ ਦੇ ਗਾਵਾਂਗੇ। ਇਹ ਸਾਰੇ ਹਰ ਦੇ ਹੀ ਨਾਂ ਨੇ, ਗੋਬਿੰਦ, ਗੋਪਾਲ, ਇਹ ਸਾਰੇ ਉਹਦੇ ਹੀ ਨਾਂ ਬਾਣੀ ਵਿੱਚ ਸੋਧ ਕੇ ਦਿੱਤੇ ਗਏ ਨੇ। ਉਹੀ ਨੌਵੇਂ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਨੇ। ਗੁਣ ਗੋਬਿੰਦ ਨੇ ਗਾਇਓ ਨਹੀਂ ਜਨਮ ਕਾਰਤ ਕੀ। ਜਿਨ੍ਹਾਂ ਨੇ ਭਾਈ ਕੁਦਰਤੀ ਕਿਰਪਾ ਰਹਿਮਤ ਨਹੀਂ ਲਈ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਨਹੀਂ ਚੱਲੇ, ਆਪਦੇ ਆਪ ਨੂੰ ਵੱਡਾ ਬਣਨ ਲੱਗ ਗਏ, ਸੰਸਾਰ ਦੀ ਬੇੜਾਈ ਵਿੱਚ ਫਸ ਗਏ। ਪਿੱਛੇ ਆਪਾਂ ਵਿਚਾਰ ਕੀਤੀ, ਉਹਨਾਂ ਦਾ ਜਨਮ ਆਕਾਸ਼ 'ਚ ਚਲਿਆ ਜਾਂਦਾ ਵਾ। ਕਹੋ ਨਾਨਕ ਹਰ ਭਜ ਮਨਾ, ਜਹ ਜਲ ਬਿਦ ਜਲ ਕੋ ਮੀਨ। ਅਸੀਂ ਇਹ ਪ੍ਰਾਪਤੀ ਕਰਨੀ ਹੈ। ਜਿਵੇਂ ਮੱਛੀ ਪਾਣੀ ਨੂੰ ਛੱਡਦੀ ਨਹੀਂ, ਐਵੇਂ ਅਸੀਂ ਗੁਰਸ਼ਬਦ ਦੀ ਕਮਾਈ ਕਰਨੀ ਹੈ। ਸਾਡਾ ਸੰਸਾਰ 'ਤੇ ਆਉਣਾ ਤਾਈਓ ਸਫਲ ਹੋਊਗਾ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਮਝੀਏ ਔਰ ਆਪਦੇ ਘਰ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।